ਹੈਲੋ एवरीवन। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਲੇਬਸ ਪ੍ਰੋਵਾਈਡ ਕਰਵਾ ਰਹੀ ਹਾਂ ਜੀ। ਤੁਹਾਡਾ ਜੋ ਟੀਚਿੰਗ ਸਬਜੈਕਟ ਹੈ ਜੀ ਪੈਡਾਗੋਜੀ ਆਫ ਸਾਇੰਸ। ਸੋ ਪੈਡਾਗੋਜੀ ਆਫ ਸਾਇੰਸ ਦੇ ਨਾਲ ਸੰਬੰਧਿਤ ਮੈਂ ਤੁਹਾਨੂੰ ਸਿਲੇਬਸ ਤੁਹਾਡਾ ਪ੍ਰੋਵਾਈਡ ਕਰਵਾ ਰਹੀ ਹਾਂ ਜੀ ਸੈਸ਼ਨ 2023-24 ਦਾ। ਜੋ ਸਟੂਡੈਂਟਸ ਦੇ ਐਗਜ਼ਾਮ 16 ਜਨਵਰੀ ਤੋਂ ਹੈ ਨਾ ਜੀ, 16 ਜਨਵਰੀ ਤੋਂ ਸਟਾਰਟ ਹੈ ਜੀ ਤੁਹਾਡੇ ਐਗਜ਼ਾਮ। ਉਹ ਵਾਲਾ ਇਹ ਸਿਲੇਬਸ ਹੈ ਜੀ ਪੈਡਾਗੋਜੀ ਆਫ ਸਾਇੰਸ ਦਾ। ਤੁਹਾਡੀ ਥਿਊਰੀ ਹੈ ਜੀ ਉਹ 40 ਮਾਰਕਸ ਦੀ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ। 40 ਮਾਰਕਸ ਦਾ ਤੁਹਾਡਾ ਐਗਜ਼ਾਮ ਹੁੰਦਾ ਜੀ, 40 ਨੰਬਰ ਦਾ ਤੁਹਾਡਾ ਐਗਜ਼ਾਮ ਹੁੰਦਾ। ਸੋ ਆਪਣੀ ਜਿਹੜੀ ਪਲੇਲਿਸਟ ਹੈ ਜੀ ਉਹ ਬਣੀ ਹੋਈ ਹੈ ਪੈਡਾਗੋਜੀ ਆਫ ਸੋਸ਼ਲ ਸਾਇੰਸ ਦੇ ਵਿੱਚ। ਤੁਹਾਨੂੰ ਕੁਐਸਚਨ ਪੇਪਰ, ਕੁਝ ਟਿਪਸ ਤੇ ਤੁਹਾਨੂੰ ਸਿਲੇਬਸ ਵਗੈਰਾ ਜਿਹੜਾ ਵੀਡੀਓਜ਼ ਆ ਉਹ ਮਿਲ ਜਾਣਗੀਆਂ। ਨੋਟਸ ਮੈਂ ਨਹੀਂ ਇਸ ਵਾਰ ਪ੍ਰੋਵਾਈਡ ਕਰਵਾ ਪਾਈ। ਕੰਪਲਸਰੀ ਸਬਜੈਕਟ ਦੇ ਮੈਂ ਸਾਰੇ ਦੇ ਸਾਰੇ ਨੋਟਸ ਪ੍ਰੋਵਾਈਡ ਕਰਵਾਤੇ, ਨਾਲ ਉਹਨਾਂ ਦੀਆਂ PDF ਵੀ ਪ੍ਰੋਵਾਈਡ ਮੈਂ ਕਰਵਾ ਰਹੀ ਹਾਂ। ਜਿਨ੍ਹਾਂ ਨੇ ਡਾਊਨਲੋਡ ਕਰਨੀਆਂ ਕਰ ਸਕਦੇ ਨੇ ਉਹ, ਜਿਨ੍ਹਾਂ ਨੇ ਫ੍ਰੀ ਦੇਖਣਾ ਬਿਲਕੁਲ ਫ੍ਰੀ, ਜਿਹੜੀਆਂ ਪਲੇਲਿਸਟ ਦੇ ਵਿੱਚ ਆਪਣੀ ਹਰ ਇੱਕ ਵੀਡੀਓ ਪਈ ਹੈ ਜੀ, ਉਹ ਤੁਹਾਡੀ ਹੈਲਪ ਜ਼ਰੂਰ ਕਰੇਗੀ। ਸੋ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਜਿਹੜਾ ਲਾਈਕ ਜ਼ਰੂਰ ਕਰ ਦਿਓ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰ ਦਿਓ WhatsApp ਗਰੁੱਪ ਦੇ ਵਿੱਚ। ਤੇ ਚੈਨਲ ਨੂੰ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਤੇ ਆਪਾਂ ਜਿਹੜੇ ਸਿਲੇਬਸ ਦੀ ਅੱਜ ਗੱਲ ਕਰ ਰਹੇ ਹਾਂ ਜੀ ਉਹ ਪੈਡਾਗੋਜੀ ਆਫ ਸਾਇੰਸ ਦੀ ਗੱਲ ਕਰ ਰਹੇ ਹਾਂ। ਤੇ ਪਲੇਲਿਸਟ ਹਰ ਇੱਕ ਕੰਪਲਸਰੀ ਸਬਜੈਕਟ ਦੀ ਬਣੀ ਹੋਈ ਹੈ। ਸੋ ਜ਼ਰੂਰ ਦੇਖੋ ਉਹਨਾਂ ਵੀਡੀਓਜ਼ ਨੂੰ, ਤੁਹਾਡੀ ਜ਼ਰੂਰ ਹੈਲਪ ਕਰਨੀ ਆ। ਸਾਰਾ ਕੁਝ ਵਿੱਚ ਮੈਂ ਪਲੇਲਿਸਟ ਦੇ ਵਿੱਚ ਐਡ ਕੀਤਾ ਹੋਇਆ ਜੀ। ਪੈਡਾਗੋਜੀ ਆਫ ਸਾਇੰਸ ਦੀ ਆਪਾਂ ਗੱਲ ਕਰ ਲੈਂਦੇ ਹਾਂ ਜੀ। ਸਿਲੇਬਸ ਕੀ ਹੈ ਜੀ, ਆ ਜਾਓ। ਯੂਨਿਟ 1 ਹੈ ਜੀ। ਯੂਨਿਟ 1 ਦੇ ਵਿੱਚ ਹੈਗਾ ਜੀ, ਯੂਨਿਟ 1 ਦੇ ਵਿੱਚ ਇੰਟਰੋਡਕਸ਼ਨ ਹੈ। ਤੁਹਾਨੂੰ ਪਤਾ ਹੀ ਹੈ ਜੀ ਹਰ ਇੱਕ ਦੇ ਵਿੱਚ 3 ਪਾਰਟ ਹੁੰਦੇ ਆ। ਜਿਹੜਾ ਇੱਕ ਔਖਾ ਲੱਗਦਾ ਉਹਨੂੰ ਸ਼ਾਰਟ ਦੇ ਲਈ ਕਰ ਲਓ, ਜਿਹੜੇ ਸੌਖੇ ਲੱਗਦੇ ਉਹਨਾਂ ਨੂੰ ਲੌਂਗ ਦੇ ਲਈ ਕਰ ਲਓ, ਠੀਕ ਹੈ ਜੀ। ਇੰਟਰੋਡਕਸ਼ਨ ਹੈ ਜੀ ਫਸਟ ਯੂਨਿਟ 1 ਦੇ ਵਿੱਚ। ਦੇ ਵਿੱਚ ਤੁਸੀਂ ਪੜ੍ਹਨਾ ਹੋਵੇਗਾ ਜੀ ਮੀਨਿੰਗ, ਨੇਚਰ ਐਂਡ ਸਕੋਪ ਆਫ ਸਾਇੰਸ। ਸਾਇੰਸ ਦਾ ਤੁਸੀਂ ਮੀਨਿੰਗ ਪੜ੍ਹਨਾ ਜੀ, ਨੇਚਰ ਪੜ੍ਹਨਾ ਤੇ ਸਕੋਪ ਪੜ੍ਹਨਾ। ਇੰਪੈਕਟ ਆਫ ਸਾਇੰਸ ਐਂਡ ਟੈਕਨੋਲੋਜੀ ਔਨ ਸੋਸਾਇਟੀ। ਸਾਇੰਸ ਐਂਡ ਟੈਕਨੋਲੋਜੀ ਦਾ ਸੋਸਾਇਟੀ ਦੇ ਉੱਪਰ ਕੀ ਪ੍ਰਭਾਵ ਪੈਂਦਾ ਜੀ, ਇਹਨੂੰ ਤੁਸੀਂ ਪੜ੍ਹੋਗੇ, ਠੀਕ ਹੈ ਜੀ। ਮੀਨਿੰਗ, ਨੇਚਰ ਐਂਡ ਸਕੋਪ ਆਫ ਸਾਇੰਸ ਤੁਸੀਂ ਪੜ੍ਹੋਗੇ, ਠੀਕ ਹੈ ਜੀ। ਇੰਪੈਕਟ ਪੜ੍ਹੋਗੇ ਤੁਸੀਂ, ਜਿਹੜਾ ਸਾਇੰਸ ਤੇ ਟੈਕਨੋਲੋਜੀ ਦਾ ਔਨ ਸੋਸਾਇਟੀ ਦੇ ਉੱਪਰ ਕੀ ਇੰਪੈਕਟ ਪੈਂਦਾ ਉਹਦੇ ਬਾਰੇ ਦੇ ਵਿੱਚ ਤੁਸੀਂ ਪੜ੍ਹੋਗੇ A ਪਾਰਟ ਦੇ ਵਿੱਚ। ਨੈਕਸਟ ਹੈ ਜੀ B ਪਾਰਟ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਏਮਸ ਐਂਡ ਆਬਜੈਕਟਿਵ ਆਫ ਟੀਚਿੰਗ ਸਾਇੰਸ। ਟੀਚਿੰਗ ਸਾਇੰਸ ਦੇ ਤੁਸੀਂ ਏਮਸ ਪੜ੍ਹੋਗੇ ਤੇ ਆਬਜੈਕਟਿਵਸ ਪੜ੍ਹਨੇ ਹੋਣਗੇ। ਬਲੂਮਸ ਟੈਕਸੋਨੋਮੀ ਆਫ ਐਜੂਕੇਸ਼ਨਲ ਆਬਜੈਕਟਿਵ ਤੁਸੀਂ ਪੜ੍ਹੋਗੇ ਜੀ। ਰਿਵਾਈਜ਼ਡ ਫਾਰਮ ਆਲਸੋ ਪੜ੍ਹੋਗੇ, ਠੀਕ ਹੈ। ਬਲੂਮਸ ਟੈਕਸੋਨੋਮੀ ਆਫ ਐਜੂਕੇਸ਼ਨਲ ਆਬਜੈਕਟਿਵ ਦੇ ਬਾਰੇ ਦੇ ਵਿੱਚ ਪੜ੍ਹੋਗੇ। ਇੰਸਟਰਕਸ਼ਨਲ ਆਬਜੈਕਟਿਵ ਆਫ ਟੀਚਿੰਗ ਸਾਇੰਸ ਪੜ੍ਹੋਗੇ। ਐਟ ਸੈਕੰਡਰੀ ਐਂਡ ਸੀਨੀਅਰ ਸੈਕੰਡਰੀ ਲੈਵਲ ਪੜ੍ਹੋਗੇ ਤੁਸੀਂ। ਇੰਸਟਰਕਸ਼ਨਲ ਆਬਜੈਕਟਿਵ ਆਫ ਟੀਚਿੰਗ ਸਾਇੰਸ ਦੇ ਪੜ੍ਹੋਗੇ ਐਟ ਸੈਕੰਡਰੀ ਐਂਡ ਸੀਨੀਅਰ ਸੈਕੰਡਰੀ ਲੈਵਲ। C ਪਾਰਟ ਦੇ ਵਿੱਚ ਤੁਸੀਂ ਪੜ੍ਹੋਗੇ ਫਾਰਮੂਲੇਸ਼ਨ ਆਫ ਸਪੈਸੀਫਿਕ ਆਬਜੈਕਟਿਵਸ ਇਨ ਬਿਹੇਵੀਅਰਲ ਟਰਮ, ਠੀਕ ਹੈ। ਫਾਰਮੂਲੇਸ਼ਨ ਪੜ੍ਹੋਗੇ ਤੁਸੀਂ, ਫਾਰਮੂਲੇਸ਼ਨ ਆਫ ਸਪੈਸੀਫਿਕ ਆਬਜੈਕਟਿਵਸ ਇਨ ਬਿਹੇਵੀਅਰਲ ਟਰਮਸ ਪੜ੍ਹੋਗੇ, ਠੀਕ ਹੈ। ਮੇਜਰ ਇਜ਼ ਅਪਰੋਚ ਐਂਡ RCEM ਅਪਰੋਚ ਵਿੱਚ ਤੁਸੀਂ ਪੜ੍ਹੋਗੇ, ਠੀਕ ਹੈ ਜੀ। ਇਹ ਸੀ ਤੁਹਾਡਾ ਯੂਨਿਟ 1 ਦਾ ਸਿਲੇਬਸ, ਠੀਕ ਹੈ ਜੀ। ਅੱਗੇ ਆ ਜਾਓ ਜੀ। ਤੁਹਾਨੂੰ ਪਤਾ ਹੀ ਹੈ ਜੀ ਤੁਹਾਡੇ ਜਿਹੜੇ 4 ਯੂਨਿਟ ਆ ਉਹ ਲੌਂਗ ਦੇ ਲਈ ਹੁੰਦੇ, ਇੱਕ ਸ਼ਾਰਟ ਦੇ ਲਈ ਹੁੰਦਾ। ਲੌਂਗ ਦੇ ਲਈ 2 ਕੁਐਸਚਨ ਹੁੰਦੇ ਆ, ਕੋਈ ਇੱਕ ਤੁਸੀਂ ਕਰਨਾ ਹੁੰਦਾ, ਤੇ ਸ਼ਾਰਟ ਤੁਹਾਡੇ ਲਈ ਕੰਪਲਸਰੀ ਹੁੰਦੇ ਆ। 4 ਕੁਐਸਚਨ ਹੁੰਦੇ, ਚਾਰੇ ਦੇ ਚਾਰੇ ਕਰਨੇ ਤੁਹਾਡੇ ਲਈ ਜ਼ਰੂਰੀ ਹੁੰਦੇ ਨੇ। 2 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਹੈ। ਸੋ ਯੂਨਿਟ ਸੈਕਿੰਡ ਹੈ ਜੀ, ਇਹਦੇ ਵਿੱਚ ਹੈਗਾ ਜੀ ਮੈਥਡਸ ਐਂਡ ਟੈਕਨੀਕਸ ਇਨ ਸਾਇੰਸ ਟੀਚਿੰਗ। ਤੁਸੀਂ ਯੂਨਿਟ ਸੈਕਿੰਡ ਹੈ ਜੀ ਮੈਥਡਸ ਐਂਡ ਟੈਕਨੀਕਸ ਇਨ ਸਾਇੰਸ ਟੀਚਿੰਗ। ਇਹਦੇ ਵਿੱਚ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਮੈਥਡਸ ਆਫ ਟੀਚਿੰਗ ਸਾਇੰਸ। ਮੈਥਡਸ ਪੜ੍ਹੋਗੇ ਟੀਚਿੰਗ ਸਾਇੰਸ ਦੇ। ਇਹਦੇ ਵਿੱਚ ਮੈਥਡਸ ਆਫ ਟੀਚਿੰਗ ਸਾਇੰਸ, ਇਹਦੇ ਵਿੱਚ ਪੜ੍ਹੋਗੇ ਤੁਸੀਂ ਪ੍ਰੋਬਲਮ ਸੋਲਵਿੰਗ ਮੈਥਡ ਪੜ੍ਹੋਗੇ, ਲੈਕਚਰ ਕਮ ਡੈਮੋਸਟ੍ਰੇਸ਼ਨ ਮੈਥਡ ਪੜ੍ਹੋਗੇ ਤੇ ਪ੍ਰੋਜੈਕਟ ਮੈਥਡ ਤੁਸੀਂ ਪੜ੍ਹੋਗੇ, ਠੀਕ ਹੈ ਜੀ। A ਪਾਰਟ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਮੈਥਡਸ ਆਫ ਟੀਚਿੰਗ ਸਾਇੰਸ, ਪ੍ਰੋਬਲਮ ਸੋਲਵਿੰਗ ਮੈਥਡ, ਲੈਕਚਰ ਕਮ ਡੈਮੋਸਟ੍ਰੇਸ਼ਨ ਮੈਥਡ ਤੇ ਪ੍ਰੋਜੈਕਟ ਮੈਥਡ ਦੇ ਬਾਰੇ ਦੇ ਵਿੱਚ ਤੁਸੀਂ ਪੜ੍ਹੋਗੇ ਜੀ A ਪਾਰਟ ਦੇ ਵਿੱਚ। B ਦੇ ਵਿੱਚ ਪੜ੍ਹੋਗੇ ਤੁਸੀਂ
ਅਪਰੋਚਸ ਆਫ ਟੀਚਿੰਗ ਸਾਇੰਸ ਪੜ੍ਹੋਗੇ ਤੁਸੀਂ। ਇਹਦੇ ਵਿੱਚ ਇੰਡਕਟਿਵ ਐਂਡ ਡਿਡਕਟਿਵ ਅਪਰੋਚ ਪੜ੍ਹੋਗੇ। ਇੰਡਕਟਿਵ ਐਂਡ ਡਿਡਕਟਿਵ ਅਪਰੋਚ ਪੜ੍ਹੋਗੇ। ਕੋਆਪਰੇਟਿਵ ਲਰਨਿੰਗ ਅਪਰੋਚ ਪੜ੍ਹੋਗੇ। ਇਨਕੁਆਰੀ ਬੇਸਡ ਅਪਰੋਚ ਪੜ੍ਹੋਗੇ। ਠੀਕ ਹੈ, ਹੀਰੋਇਸਟਿਕਸ ਅਪਰੋਚ ਦੇ ਬਾਰੇ ਦੇ ਵਿੱਚ ਜਿਹੜਾ ਤੁਸੀਂ ਪੜ੍ਹੋਗੇ। ਸੋ ਇਹ ਸੀਗੀਆਂ ਅਪਰੋਚ ਸੀਗੀਆਂ ਕੁਝ। ਕੋਆਪਰੇਟਿਵ ਲਰਨਿੰਗ ਅਪਰੋਚ ਇਹ ਨੋਟਸ ਪ੍ਰੋਵਾਈਡ ਕਰਵਾਏ ਹੋਏ ਨੇ ਮੈਂ। ਪ੍ਰੋਬਲਮ ਸੋਲਵਿੰਗ ਮੈਥਡ ਵੀ ਮਿਲ ਜੂਗਾ ਤੁਹਾਨੂੰ, ਪ੍ਰੋਜੈਕਟ ਮੈਥਡ ਵੀ ਮਿਲ ਜੂਗਾ। ਇਹ ਸੋਸ਼ਲ ਸਟੱਡੀਜ਼ ਦੇ ਵਿੱਚ ਮੈਂ ਟੌਪਿਕ ਕਰਵਾਏ ਹੋਏ ਨੇ, ਉਹ ਤੁਹਾਡੀ ਜ਼ਰੂਰ ਜਿਹੜੀ ਹੈਲਪ ਹੈ ਉਹ ਕਰਨਗੇ ਜੀ। ਸੀ ਦੇ ਵਿੱਚ ਹੈਗਾ ਜੀ ਸਾਇੰਟੀਫਿਕ ਐਟੀਟਿਊਡ ਐਂਡ ਇਟ ਇਜ਼ ਡਿਵੈਲਪਮੈਂਟ। ਇਹਦੇ ਬਾਰੇ ਦੇ ਵਿੱਚ ਜਿਹੜਾ ਤੁਸੀਂ ਪੜ੍ਹੋਗੇ ਜੀ। ਇਹ ਸੀ ਤੁਹਾਡਾ ਯੂਨਿਟ 2। ਠੀਕ ਹੈ, ਜਿਹੜਾ ਵੀ ਔਖਾ ਲੱਗਦਾ ਸ਼ਾਰਟ ਦੇ ਲਈ ਕਰ ਲਓ, 2 ਲੌਂਗ ਦੇ ਲਈ ਕਰ ਲਓ। ਅੱਗੋਂ ਹੈਗਾ ਜੀ ਤੁਹਾਡਾ ਯੂਨਿਟ 3 ਹੈ ਜੀ ਇੰਸਟਰਕਸ਼ਨਲ ਮਟੀਰੀਅਲ ਐਂਡ ਏਡਸ ਪੜ੍ਹੋਗੇ। ਇਹਦੇ ਵਿੱਚ ਤੁਸੀਂ ਯੂਨਿਟ 3 ਦੇ ਵਿੱਚ ਇਹ ਪਾਰਟ ਹੈ ਜੀ ਇੰਸਟਰਕਸ਼ਨਲ ਰਿਸੋਰਸਿਸ ਇਨ ਸਾਇੰਸ। ਇਹਦੇ ਵਿੱਚ ਤੁਸੀਂ ਮੀਨਿੰਗ ਪੜ੍ਹੋਗੇ, ਇੰਪੋਰਟੈਂਸ ਪੜ੍ਹੋਗੇ ਐਂਡ ਕਲਾਸੀਫਿਕੇਸ਼ਨ ਦੇ ਬਾਰੇ ਦੇ ਵਿੱਚ ਤੁਸੀਂ ਪੜ੍ਹੋਗੇ। ਇਹਦੇ ਵਿੱਚ ਤੁਸੀਂ ਕੀ ਪੜ੍ਹਨਾ ਜੀ, ਇੰਸਟਰਕਸ਼ਨਲ ਰਿਸੋਰਸਿਸ ਇਨ ਸਾਇੰਸ ਦੇ ਬਾਰੇ ਦੇ ਵਿੱਚ ਤੁਸੀਂ ਪੜ੍ਹਨਾ, ਉਹਦਾ ਮੀਨਿੰਗ ਪੜ੍ਹਨਾ ਹੈ, ਇੰਪੋਰਟੈਂਸ ਪੜ੍ਹਨੀ ਹੈ ਅਤੇ ਕਲਾਸੀਫਿਕੇਸ਼ਨ ਤੁਸੀਂ ਪੜ੍ਹਨਾ, ਵਰਗੀਕਰਨ ਪੜ੍ਹਨਾ ਜੀ। ਬੀ ਦੇ ਵਿੱਚ ਤੁਸੀਂ ਪੜ੍ਹਨਾ ਹੈ ਜੀ ਪ੍ਰਿੰਸੀਪਲਸ ਆਫ ਸਿਲੈਕਸ਼ਨ ਐਂਡ ਯੂਜ਼ ਆਫ ਵੇਰੀਅਸ ਇੰਸਟਰਕਸ਼ਨਲ ਏਡਸ ਸੱਚ ਐਸ ਚਾਕਬੋਰਡ, ਚਾਰਟਸ, ਮਾਡਲਸ ਐਂਡ ਐਨੀਮੇਸ਼ਨਸ। ਠੀਕ ਹੈ, ਬੀ ਦੇ ਵਿੱਚ ਤੁਸੀਂ ਕੀ ਪੜ੍ਹਨਾ ਜੀ ਪ੍ਰਿੰਸੀਪਲਸ ਆਫ ਸਿਲੈਕਸ਼ਨ ਐਂਡ ਯੂਜ਼ ਆਫ ਵੇਰੀਅਸ ਇੰਸਟਰਕਸ਼ਨਲ ਏਡਸ ਸੱਚ ਐਸ ਚਾਕਬੋਰਡ, ਚਾਰਟਸ, ਮਾਡਲਸ ਐਂਡ ਐਨੀਮੇਸ਼ਨ ਦੇ ਬਾਰੇ ਦੇ ਵਿੱਚ ਤੁਸੀਂ ਪੜ੍ਹੋਗੇ ਬੀ ਪਾਰਟ ਦੇ ਵਿੱਚ। ਸੀ ਦੇ ਵਿੱਚ ਤੁਸੀਂ ਪੜ੍ਹਨਾ ਜੀ, ਸੀ ਦੇ ਵਿੱਚ ਈ ਲਰਨਿੰਗ ਦਾ ਕਨਸੈਪਟ ਪੜ੍ਹਨਾ ਹੈ ਐਂਡ ਯੂਜ਼ ਆਫ ਈ ਬੁੱਕਸ ਐਂਡ ਈ ਜਰਨਲਸ ਇਨ ਸਾਇੰਸ ਤੁਸੀਂ ਪੜ੍ਹਨਾ ਹੈ। ਠੀਕ ਹੈ ਜੀ, ਸੀ ਦੇ ਵਿੱਚ ਕੀ ਕੋਈ ਤੁਸੀਂ ਪੜ੍ਹਨਾ ਜੀ। ਸੀ ਦੇ ਵਿੱਚ ਈ ਲਰਨਿੰਗ ਦਾ ਤੁਸੀਂ ਸੀ ਦੇ ਵਿੱਚ ਕੀ ਪੜ੍ਹਨਾ ਜੀ, ਈ ਲਰਨਿੰਗ ਦਾ ਤੁਸੀਂ ਕਨਸੈਪਟ ਪੜ੍ਹਨਾ ਹੈ। ਠੀਕ ਹੈ, ਐਂਡ ਯੂਜ਼ ਆਫ ਈ ਬੁੱਕਸ ਐਂਡ ਈ ਜਰਨਲਸ ਇਨ ਸਾਇੰਸ ਪੜ੍ਹਨਾ ਹੈ। ਠੀਕ ਹੈ, ਯੂਜ਼ ਪੜ੍ਹਨਾ ਤੁਸੀਂ ਈ ਬੁੱਕਸ ਦਾ ਅਤੇ ਈ ਜਰਨਲ ਦਾ ਇਨ ਸਾਇੰਸ ਦੇ ਵਿੱਚ। ਇਹ ਸੀਗਾ ਜੀ ਤੁਹਾਡਾ ਯੂਨਿਟ 3 ਦਾ। ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਯੂਨਿਟ 4 ਦੀ। ਤੁਹਾਡਾ ਕੀ ਸਿਲੇਬਸ ਰਹੇਗਾ ਜੀ। ਸੋ ਯੂਨਿਟ 4 ਦੇ ਵਿੱਚ ਹੈ ਜੀ ਤੁਹਾਡਾ ਕਰੰਟ ਟ੍ਰੈਂਡਸ ਇਨ ਸਾਇੰਸ ਐਜੂਕੇਸ਼ਨ ਦੇ ਬਾਰੇ ਦੇ ਵਿੱਚ ਤੁਸੀਂ ਪੜ੍ਹਨਾ ਹੋਵੇਗਾ। ਸੋ 3 ਪਾਰਟ ਨੇ, ਕੋਈ ਵੀ ਇੱਕ ਤੁਸੀਂ ਸ਼ਾਰਟ ਦੇ ਲਈ ਕਰ ਸਕਦੇ ਹੋ, 2 ਤੁਸੀਂ ਜਿਹੜਾ ਲੌਂਗ ਦੇ ਲਈ ਉਹ ਕਰ ਸਕਦੇ ਹੋ ਜੀ। ਏ ਦੇ ਵਿੱਚ ਤੁਸੀਂ ਪੜ੍ਹੋਗੇ ਜੀ MOOC ਪਲੈਟਫਾਰਮਸ ਫॉर ਸਾਇੰਸ ਐਜੂਕੇਸ਼ਨ ਐਂਡ ਦੇਅਰ ਰੈਲੇਵੈਂਸ ਫॉर ਟੀਚਰਸ ਐਂਡ ਸਟੂਡੈਂਟਸ ਦੇ ਬਾਰੇ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਏ ਦੇ ਵਿੱਚ। ਠੀਕ ਹੈ, MOOC ਪਲੈਟਫਾਰਮਸ ਦੇ ਬਾਰੇ ਦੇ ਵਿੱਚ ਪੜ੍ਹੋਗੇ ਫॉर ਸਾਇੰਸ ਐਜੂਕੇਸ਼ਨ ਐਂਡ ਦੇਅਰ ਰੈਲੇਵੈਂਸ ਫॉर ਟੀਚਰਸ ਐਂਡ ਸਟੂਡੈਂਟਸ ਦੇ ਬਾਰੇ ਦੇ ਵਿੱਚ ਪੜ੍ਹੋਗੇ। ਬੀ ਦੇ ਵਿੱਚ ਕੀ ਹੈ ਜੀ CBCS ਦੇ ਬਾਰੇ ਦੇ ਵਿੱਚ ਤੁਸੀਂ ਪੜ੍ਹਨਾ ਹੋਵੇਗਾ। CBCS ਦਾ ਪੜ੍ਹੋਗੇ ਤੁਸੀਂ ਕਨਸੈਪਟ, ਨੀਡ ਐਂਡ ਸਿਗਨੀਫਿਕੈਂਸ ਫॉर ਡਿਸਿਪਲਿਨ ਸੈਂਟਰਡ ਐਜ਼ ਵੈਲ ਐਜ਼ ਇੰਟਰਡਿਸਿਪਲਿਨਰੀ ਟੀਚਿੰਗ ਲਰਨਿੰਗ ਇਨ ਸਾਇੰਸ ਦੇ ਬਾਰੇ ਦੇ ਵਿੱਚ ਤੁਸੀਂ ਪੜ੍ਹੋਗੇ ਜੀ। ਬੀ ਪਾਰਟ ਦੇ ਵਿੱਚ ਤੁਸੀਂ ਪੜ੍ਹੋਗੇ ਜੀ CBCS ਦਾ ਕਨਸੈਪਟ, ਨੀਡ ਐਂਡ significance for discipline centered as well as interdisciplinary teachers learning in science. Okay, ਸੀ ਦੇ ਵਿੱਚ ਤੁਹਾਡਾ ਟੌਪਿਕ ਰਹੂਗਾ ਜੀ ਪ੍ਰਮੋਸ਼ਨਸ ਐਂਡ ਇਨੋਵੇਸ਼ਨ ਇਨ ਸਾਇੰਸ ਐਜੂਕੇਸ਼ਨ। ਸੋ ਪ੍ਰਮੋਸ਼ਨਸ ਐਂਡ ਇਨੋਵੇਸ਼ਨਸ ਇਨ ਸਾਇੰਸ ਐਜੂਕੇਸ਼ਨ ਦਾ ਤੁਸੀਂ ਪੜ੍ਹੋਗੇ ਜੀ ਮੀਨਿੰਗ, ਇੰਪੋਰਟੈਂਸ ਐਂਡ ਇੰਟੇਟਿਵਸ। ਠੀਕ ਹੈ, ਮੀਨਿੰਗ ਪੜ੍ਹੋਗੇ, ਇੰਪੋਰਟੈਂਸ ਐਂਡ ਇਡੀਟੇਟਿਵਸ ਦੇ ਬਾਰੇ ਦੇ ਵਿੱਚ ਪੜ੍ਹੋਗੇ। ਇਹਦੇ ਵਿੱਚ ਤੁਸੀਂ ਪੜ੍ਹੋਗੇ ਸੱਚ ਐਜ KVPY ਦੇ ਬਾਰੇ ਦੇ ਵਿੱਚ, IISERS ਦੇ ਬਾਰੇ ਦੇ ਵਿੱਚ, HBCSE ਦੇ ਬਾਰੇ ਦੇ ਵਿੱਚ ਅਤੇ ਸਾਇੰਸ ਦੇ ਬਾਰੇ ਦੇ ਵਿੱਚ, ਓਲੰਪਿਡ ਦੇ ਬਾਰੇ ਦੇ ਵਿੱਚ, ਸਾਇੰਸ ਓਲੰਪਿਡ ਦੇ ਬਾਰੇ ਦੇ ਵਿੱਚ ਪੜ੍ਹੋਗੇ ਤੁਸੀਂ। ਸੋ ਇਹ ਸੀਗਾ ਜੀ ਤੁਹਾਡਾ ਯੂਨਿਟ 4 ਕਰੰਟ ਟ੍ਰੈਂਡਸ ਇਨ ਸਾਇੰਸ ਐਜੂਕੇਸ਼ਨ। ਜਿਹੜਾ ਸੌਖਾ ਲੱਗਦਾ ਇਹਨਾਂ ਪਾਰਟਸ ਦੇ ਵਿੱਚ ਉਹਨੂੰ ਸ਼ਾਰਟ ਦੇ ਲਈ ਕਰ ਲਓ, 2 ਲੌਂਗ ਦੇ ਲਈ ਕਰ ਲਓ, ਤਾਂ ਤੁਹਾਡਾ ਜਿਹੜਾ ਸਿਲੇਬਸ ਹੈ ਉਹ ਸਾਰੇ ਦਾ ਸਾਰਾ ਕਵਰ ਹੋ ਜਾਣਾ। ਅਤੇ ਤੁਹਾਨੂੰ ਇਹ ਵਾਲੀ ਵੀਡੀਓ ਜਿਹੜੀ ਜੀ ਪਲੇਲਿਸਟ ਦੇ ਵਿੱਚ ਮਿਲ ਜੂਗੀ, ਜਿੱਥੇ ਤੁਸੀਂ ਆਸਾਨੀ ਦੇ ਨਾਲ ਇਸ ਨੂੰ ਦੇਖ ਸਕੋਗੇ। ਬਾਕੀ ਤੁਹਾਨੂੰ ਤੁਹਾਡੀਆਂ ਕੁਐਸਚਨ ਪੇਪਰਸ ਦੇ ਨਾਲ ਵੀਡੀਓਜ਼, ਤੁਹਾਡੇ ਟਿਪਸ, ਤੁਹਾਡੇ ਕੁਝ ਐਗਜ਼ਾਮ ਨੂੰ ਲਿਖਣ ਨੂੰ ਲੈ ਕੇ, ਉਹ ਸਾਰੇ ਦਾ ਸਾਰੀਆਂ ਜਿਹੜੀਆਂ ਵੀਡੀਓਜ਼ ਜੀ ਤੁਹਾਨੂੰ ਪਲੇਲਿਸਟ ਦੇ ਵਿੱਚ ਮਿਲ ਜਾਣਗੀਆਂ ਜੀ। ਪਲੇਲਿਸਟ ਆਪਣੀ ਬਣੀ ਹੋਈ ਹੈ ਜੀ, ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਚੈਨਲ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸਬਸਕ੍ਰਾਈਬ ਕਰ ਦਿਓ ਅਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ, ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਥੈਂਕਸ ਫॉर ਵਾਚਿੰਗ।